परम सत्कारयोग साध संगत जी, रसना पवित्र करिए ते आखिए तान श्री सतगुरु जगजीत सिंह जी, तान श्री सतगुरु उदय सिंह जी। साध संगत जी, आज ਦੀ ਸਾਖੀ ਦਾ ਸਿਰਲੇਖ ਹੈ ਅਸੀਂ ਸਮਝ ਹੀ ਨਹੀਂ ਸਕੇ। ਸਾਧੂ ਸੰਤ ਮਹਾਪੁਰਸ਼ ਅਤੇ ਸਤਿਗੁਰੂ ਅਗਾਊਂ ਸਮੇਂ ਦੀ ਜਾਣਕਾਰੀ ਰੱਖਦਿਆਂ ਹੋਇਆਂ ਕਈ ਵਾਰ ਇਸ ਤਰ੍ਹਾਂ ਦੇ ਬਚਨ ਕਰ ਦਿੰਦੇ ਹਨ ਕਿ ਅਗਰ ਸਤ ਬਚਨ ਆ ਕੇ ਬਚਨਾਂ ਨੂੰ ਮੰਨ ਲਿਆ ਜਾਵੇ ਤਾਂ ਵਾਪਰਨ ਵਾਲੀਆਂ ਮਾੜੀਆਂ ਘਟਨਾਵਾਂ ਤੋਂ ਬਚਾਅ ਵੀ ਹੋ ਜਾਂਦਾ ਹੈ ਅਤੇ ਸੁੱਖ ਵੀ ਮਿਲ ਜਾਂਦਾ ਹੈ। ਪਰ ਅਲਪ ਬੁੱਧੀ ਹੋਣ ਕਰਕੇ ਕਈ ਵਾਰ ਅਸੀਂ ਸਤ ਬਚਨ ਕਰ ਨਹੀਂ ਸਕਦੇ ਅਤੇ ਨਤੀਜੇ ਵਜੋਂ ਜੋ ਮਾੜੀ ਘਟਨਾ ਵਾਪਰਨੀ ਹੁੰਦੀ ਹੈ ਉਸ ਤੋਂ ਬਚਾਅ ਨਹੀਂ ਹੁੰਦਾ। ਹਾਂ, ਫਿਰ ਵੀ ਸਤਿਗੁਰ ਕਿਰਪਾ ਕਰਕੇ ਆਉਣ ਵਾਲੇ ਵੱਡੇ ਦੁੱਖ ਨੂੰ ਛੋਟਾ ਅਰਥਾਤ ਸੂਲੀ ਤੋਂ ਸੂਲ ਕਰ ਦਿੰਦੇ ਹਨ। ਸਤਿਗੁਰ ਅਤੇ ਮਨੁੱਖ ਵਿੱਚ ਫਰਕ ਤਾਂ ਹੈ ਨਾ। ਦਿੱਲੀ ਵਿੱਚ ਰਹਿੰਦੇ ਡਾਕਟਰ ਹੀਰਾ ਸਿੰਘ ਜੀ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ। ਉਹ ਅਗਰ ਸਤ ਬਚਨ ਕਰਕੇ ਹੁਕਮ ਮੰਨ ਲੈਂਦੇ ਤਾਂ ਜੋ ਕਸ਼ਟ ਆਇਆ ਸੀ ਉਹ ਵੀ ਨਾ ਆਉਂਦਾ। ਘਟਨਾ ਇਸ ਤਰ੍ਹਾਂ ਹੈ, ਡਾਕਟਰ ਹੀਰਾ ਸਿੰਘ ਜੀ ਰਾਜੌਰੀ ਗਾਰਡਨ ਦਿੱਲੀ ਵਿੱਚ ਰਹਿੰਦੇ ਹਨ ਅਤੇ ਨਹਿਰੂ ਮਾਰਕੀਟ ਵਿੱਚ ਪ੍ਰੀਤਮ ਸਿੰਘ ਕਵੀ ਜੀ ਦੇ ਘਰ ਦੇ ਸਾਹਮਣੇ ਉਹਨਾਂ ਦਾ ਕਲੀਨਿਕ ਹੈ। ਕੋਈ 4-5 ਸਾਲ ਪਹਿਲਾਂ ਦੀ ਗੱਲ ਹੈ। ਡਾਕਟਰ ਸਾਹਿਬ ਆਪਣੀ ਪਤਨੀ ਅਤੇ 2 ਹੋਰ ਰਿਸ਼ਤੇਦਾਰ ਬੀਬੀਆਂ ਦੇ ਨਾਲ ਸ਼੍ਰੀ ਭੈਣੀ ਸਾਹਿਬ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਕਰਨ ਆਪਣੀ ਫੀਐਟ ਕਾਰ ਵਿੱਚ ਗਏ। ਕੁਝ ਸਮੇਂ ਉਪਰੰਤ ਡਾਕਟਰ ਹੀਰਾ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਸੋਂ ਦਿੱਲੀ ਵਾਪਸ ਜਾਣ ਦੀ ਆਗਿਆ ਮੰਗੀ। ਬਚਨ ਹੋਇਆ, ਆਏ ਹੋ 2-3 ਦਿਨ ਹੋਰ ਰਹੋ ਇੱਥੇ। ਡਾਕਟਰ ਸਾਹਿਬ ਨੇ ਡਾਕਟਰੀ ਪੱਖ ਦੀਆਂ ਮਜਬੂਰੀਆਂ ਦੱਸ ਕੇ ਸੱਚੇ ਪਾਤਸ਼ਾਹ ਜੀ ਨੂੰ ਫਿਰ ਅਰਜ਼ ਕੀਤੀ ਕਿ ਉਹ ਦਿੱਲੀ ਜਾਣਾ ਚਾਹੁੰਦੇ ਹਨ। ਫਿਰ ਬਚਨ ਹੋਇਆ, ਚਲੋ 1 ਦਿਨ ਹੋਰ ਰੁਕ ਜਾਓ। ਮਨੁੱਖ ਨੂੰ ਸਮਝ ਨਹੀਂ ਹੁੰਦੀ ਕਿ ਰਜਾ ਅਨੁਸਾਰ ਹੁਕਮ ਹੋਣ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ ਅਤੇ ਉਸ ਦਾ ਅਸਲ ਮਕਸਦ ਕੀ ਹੁੰਦਾ ਹੈ। ਪਤਾ ਉਦੋਂ ਲੱਗਦਾ ਹੈ ਜਦੋਂ ਰਜਾ ਵਿੱਚ ਰਹਿ ਕੇ ਸਤ ਬਚਨ ਕਰਨ ਦੀ ਬਜਾਏ ਆਪਣੀ ਮਰਜ਼ੀ ਨੂੰ ਪਹਿਲ ਦੇ ਦਿੱਤੀ ਜਾਂਦੀ ਹੈ ਅਤੇ ਇਸ ਦੇ ਸਿੱਟੇ ਵਜੋਂ ਕੋਈ ਨੁਕਸਾਨ ਹੋ ਜਾਂਦਾ ਹੈ। ਤਾਂ ਫਿਰ ਸੋਚਿਆ ਜਾਂਦਾ ਹੈ ਕਿ ਜੇ ਪਤਾ ਹੁੰਦਾ ਇਸ ਤਰ੍ਹਾਂ ਦਾ ਨੁਕਸਾਨ ਹੋਣਾ ਸੀ ਤਾਂ ਹੁਕਮ ਮੰਨ ਹੀ ਲੈਂਦੇ। ਪਰ ਇੰਜ ਹੋਣਾ ਬੜਾ ਔਖਾ ਹੁੰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਬਚਨ ਮੰਨਣਾ ਹੀ ਭਗਤੀ ਹੁੰਦਾ ਹੈ, ਐਸੇ ਵਿੱਚ ਹੀ ਸੁੱਖ ਹੈ। ਡਾਕਟਰ ਹੀਰਾ ਸਿੰਘ ਨੂੰ ਵੀ ਸ਼੍ਰੀ ਸਤਿਗੁਰੂ ਜੀ ਨੇ ਇੱਕ ਦਿਨ ਹੀ ਹੋਰ ਰੁਕ ਜਾਣ ਦਾ ਬਚਨ ਕੀਤਾ, ਪਰ ਉਹਨਾਂ ਨੂੰ ਕੁਝ ਮਜਬੂਰੀਆਂ ਸਨ। ਮਰੀਜ਼ਾਂ ਨੂੰ ਪਹਿਲਾਂ ਤੋਂ ਸਮਾਂ ਦਿੱਤਾ ਹੋਇਆ ਸੀ। ਅਗਰ ਡਾਕਟਰ ਆਪ ਹੀ ਸਮੇਂ 'ਤੇ ਦੁਕਾਨ ਨਾ ਖੋਲ੍ਹੇ ਤਾਂ ਮਰੀਜ਼ ਪਰੇਸ਼ਾਨ ਤਾਂ ਹੁੰਦੇ ਹੀ ਹਨ। ਡਾਕਟਰ ਦਾ ਵਿਸ਼ਵਾਸ ਵੀ ਘੱਟ ਜਾਂਦਾ ਹੈ। ਇਹ ਸਭ ਗੱਲਾਂ ਸੋਚ ਕੇ ਡਾਕਟਰ ਸਾਹਿਬ ਨੇ ਅਰਜ਼ ਕੀਤੀ ਕਿ ਕੁਝ ਮਜਬੂਰੀਆਂ ਕਾਰਨ ਉਸੇ ਦਿਨ ਹੀ ਦਿੱਲੀ ਪਰਤਣਾ ਚਾਹੁੰਦੇ ਹਨ। ਹੁਕਮ ਹੋਇਆ, ਜਿਵੇਂ ਤੁਹਾਡੀ ਮਰਜ਼ੀ। ਸ਼੍ਰੀ ਭੈਣੀ ਸਾਹਿਬ ਤੋਂ ਦਿੱਲੀ ਨੂੰ ਵਾਪਸੀ ਦੌਰਾਨ ਮੁਰਥਲ ਨੇੜੇ ਇੱਕ ਟਰੱਕ ਨੂੰ ਓਵਰਟੇਕ ਕਰਨ ਦੌਰਾਨ ਕਾਰ ਦੇ ਪਹੀਏ ਦਾ ਟਾਇਰ ਫਟ ਗਿਆ ਅਤੇ ਕਾਰ ਸੜਕ ਤੋਂ ਥੱਲੇ ਪੇੜਾਂ ਦੇ ਵਿੱਚੋਂ ਦੀ ਕਈ ਪਲਟੇ ਖਾ ਕੇ ਫਿਰ ਸਿੱਧੀ ਹੋ ਗਈ। ਕਾਰ ਵਿੱਚ ਡਾਕਟਰ ਹੀਰਾ ਸਿੰਘ ਜੀ ਦੇ ਨਾਲ ਉਹਨਾਂ ਦੀ ਪਤਨੀ ਸੁਰਜੀਤ ਕੌਰ, 2 ਸਾਲੀਆਂ ਸੁਦਰਸ਼ਨ ਕੌਰ ਅਤੇ ਸੁਰਿੰਦਰ ਕੌਰ ਵੀ ਸਫ਼ਰ ਕਰ ਰਹੀਆਂ ਸਨ। 4-5 ਪਲਟੇ ਖਾਣ ਕਰਕੇ ਕਾਰ ਬੁਰੀ ਤਰ੍ਹਾਂ ਟੁੱਟ ਗਈ ਸੀ। ਦਰਵਾਜ਼ੇ ਟੁੱਟ ਕੇ ਅਲੱਗ ਜਾ ਪਏ ਅਤੇ ਸਵਾਰੀਆਂ ਵੀ ਕਿੰਨੀ ਦੂਰ ਉਛਲ ਕੇ ਜਾ ਡਿੱਗੀਆਂ। ਡਾਕਟਰ ਸਾਹਿਬ ਦੀ ਇੱਕ ਸਾਲੀ ਤਾਂ ਕਈ ਮੀਟਰ ਦੂਰ ਖੇਤਾਂ ਵਿੱਚ ਡਿੱਗ ਕੇ ਅਚੇਤ ਹੋਈ ਪਈ ਮਿਲੀ। ਦੇਖਣ ਵਾਲੇ ਸਭ ਇਹੀ ਅਨੁਮਾਨ ਲਗਾ ਰਹੇ ਸਨ ਕਿ ਕਿਸੇ ਵੀ ਸਵਾਰੀ ਦਾ ਬਚਣਾ ਮੁਸ਼ਕਿਲ ਹੈ, ਕਿਉਂਕਿ ਕਾਰ ਦੀ ਹਾਲਤ ਹੀ ਇਸ ਤਰ੍ਹਾਂ ਦੀ ਹੋਈ ਸੀ। ਪਰ ਸਤਿਗੁਰੂ ਜੀ ਨੇ ਫਿਰ ਵੀ ਕਿਰਪਾ ਕੀਤੀ। ਸਭ ਨੂੰ ਥੋੜ੍ਹੀਆਂ ਬਹੁਤ ਸੱਟਾਂ ਤਾਂ ਲੱਗੀਆਂ, ਪਰ ਕੋਈ ਗੰਭੀਰ ਨੁਕਸਾਨ ਨਹੀਂ ਹੋਇਆ। ਫੀਐਟ ਨੂੰ ਉੱਥੇ ਹੀ ਛੱਡ ਕੇ
ਸਾਰੇ ਜਣੇ ਦਿੱਲੀ ਨੂੰ ਆਉਂਦੀ ਇੱਕ ਕਾਰ ਵਾਲੇ ਦੀ ਮਦਦ ਨਾਲ ਡਾਕਟਰ ਪਾਸ ਪਹੁੰਚੇ ਅਤੇ ਲੋੜ ਅਨੁਸਾਰ ਇਲਾਜ ਕਰਵਾ ਕੇ ਘਰ ਦਿੱਲੀ ਪਹੁੰਚੇ। ਡਾਕਟਰ ਹੀਰਾ ਸਿੰਘ ਜੀ ਨੂੰ ਸਾਧੂ ਜਗਜੀਤ ਸਿੰਘ ਜੀ ਦੇ ਬਚਨ ਬਾਰ-ਬਾਰ ਯਾਦ ਆ ਰਹੇ ਸਨ ਕਿ ਚਲੋ ਇੱਕ ਦਿਨ ਹੀ ਰੁਕ ਜਾਓ। ਕੀ ਪਤਾ ਸੀ ਕਿ ਇਹਨਾਂ ਨੂੰ ਕਿ ਸਾਧੂ ਸੱਚੇ ਪਾਤਸ਼ਾਹ ਕਿਉਂ ਉਹਨਾਂ ਨੂੰ ਰੋਕ ਰਹੇ ਹਨ। ਸੱਚੇ ਪਾਤਸ਼ਾਹ ਜੀ ਤਾਂ ਕਿਸੇ ਬਹਾਨੇ ਉਹਨਾਂ ਨੂੰ ਆਉਣ ਵਾਲੀ ਔਂਕੜ ਤੋਂ ਬਚਾਉਣਾ ਚਾਹੁੰਦੇ ਸਨ ਅਤੇ ਫਿਰ ਵੀ ਇਤਨੀ ਕਿਰਪਾ ਹੋਈ ਕਿ ਸੂਲੀ ਤੋਂ ਸੂਲ ਬਣਾ ਦਿੱਤਾ ਅਤੇ ਬਹੁਤੀ ਸੱਟਾਂ ਨਾ ਲੱਗੀਆਂ। ਡਾਕਟਰ ਹੀਰਾ ਸਿੰਘ ਵੀ ਇਹੋ ਹੀ ਕਹਿੰਦੇ ਹਨ ਕਿ ਅਗਰ ਉਹਨਾਂ ਨੇ ਸਾਧੂ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨ ਲਿਆ ਹੁੰਦਾ ਤਾਂ ਇੰਨਾ ਦੁੱਖ ਵੀ ਨਹੀਂ ਸੀ ਆਉਣਾ। ਉਹਨਾਂ ਨੇ ਆਪਣੇ ਭਾਵ ਸਾਧੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਾ ਦਿੱਤੇ ਅਤੇ ਬਖਸ਼ਿਸ਼ ਮੰਗੀ ਕਿ ਅੱਗੇ ਤੋਂ ਆਪਣਾ ਹੁਕਮ ਮੰਨਣ ਦਾ ਬਲ ਬਖਸ਼ਣ। ਇੱਕ ਸਾਖੀ ਹੋਰ ਹੈ, ਇਹ ਤਰਨ ਸਿੰਘ ਵਹਿਮੀ ਹੋਰਾਂ ਦੀ ਲਿਖੀ ਹੋਈ ਹੈ। ਸਾਖੀ ਹੈ ਬਾਬਾ ਜੀ ਦੇ ਬਚਨ। ਤਰਨ ਸਿੰਘ ਵਹਿਮੀ ਜੀ ਦੱਸਦੇ ਹਨ ਕਿ ਮੈਂ ਸੰਤ ਰਤਨ ਸਿੰਘ ਜੀ ਅੱਗੇ ਅਰਜ਼ ਕੀਤੀ, ਕੋਈ ਸਿਆਮ ਦੇ ਦੌਰੇ ਦੀ ਵਾਰਤਾ ਦੱਸੋ। ਸੰਤ ਜੀ ਕਿਹਾ, ਵੱਡੇ ਬਾਬਾ ਜੀ ਸਭ ਕੁਝ ਲਿਖਿਆ ਹੈ। ਮੈਂ ਕਈ ਦਿਨ ਯਤਨ ਕੀਤਾ ਪਰ ਸਬਾਬੀ ਨਾ ਬਣੇ। ਅੰਤਰਜਾਮੀ ਸੱਚੇ ਪਾਤਸ਼ਾਹ ਸਾਧੂ ਪ੍ਰਤਾਪ ਸਿੰਘ ਜੀ ਮੈਨੂੰ ਨੇੜੇ ਸੱਦ ਗਿਆ, ਕਾਕੇ ਵੱਡੇ ਨਾਲ ਤੂੰ ਪਿਆਰ ਕਰਨਾ ਹੈ। ਮੈਂ ਉੱਤਰ ਦਿੱਤਾ, ਸਨੇਹ ਤੇ ਹੈ। ਤਾਂ ਸਾਧੂ ਜੀ ਬਚਨ ਕੀਤਾ, ਤੂੰ ਉਸ ਨਾਲ ਵੀ ਹਿੱਤ ਕਰਿਆ ਕਰ। ਉਹ ਐਸਾ ਨਹੀਂ ਕਿ ਪਰਵਾਹ ਹੀ ਨਾ ਕਰੇ। ਮੈਂ ਅਗਲੇ ਰੋਜ਼ ਕੋਠੀ ਆ ਬਾਬਾ ਜਗਜੀਤ ਸਿੰਘ ਜੀ ਦੀ ਚਰਨੀ ਹੱਥ ਲਾਏ ਤੇ ਅਰਜ਼ ਕੀਤੀ, ਤੁਸੀਂ ਕੋਈ ਗੁਰੂ ਕੀ ਸਾਖੀ ਜਾਂ ਆਪਣਾ ਵਚਨ ਸੁਣਾਓ। ਬਾਬਾ ਜੀ ਕੋਈ ਉੱਤਰ ਨਾ ਦਿੱਤਾ। ਤਾਂ ਮੈਂ ਅਰਜ਼ ਕੀਤੀ, ਅਸੀਂ ਹੱਸਣੇ ਖੇਡਣੇ ਗੁਰੂ ਦੇ ਸਿੱਖ ਪ੍ਰੇਮੀ ਤੇ ਹਿੱਲੇ ਹੋਏ ਹਾਂ, ਤੁਸੀਂ ਚੁੱਪ ਕਿਉਂ ਕਰ ਰਹੇ ਹੋ। ਬਾਬਾ ਜੀ ਕਿਹਾ, ਮੈਂ ਉਹ ਤੇ ਨਹੀਂ। ਮੈਂ ਅਰਜ਼ ਕੀਤੀ, ਸੋ ਤੇ ਹਉ ਜਿਨ੍ਹਾਂ ਦੇ ਚਰਨ ਝਾੜਨ ਲਈ ਦਾੜੀ ਰੱਖੀ ਹੈ। ਸੋ ਤੇ ਹੋ ਜਿਨ੍ਹਾਂ ਦੇ ਚਰਨ ਝਾੜਨ ਲਈ ਦਾੜੀ ਰੱਖੀ ਹੈ। ਗੁਰੂ ਜੀ ਕਿਹਾ ਸੀ, ਅਰਥਾਤ ਸ਼੍ਰੀ ਚੰਦ ਜੀ ਵਾਂਗੂ ਗੁਰੂ ਅੰਸ਼ ਤਾਂ ਹੋ ਤੁਸੀਂ। ਲੁਕੋ ਨਾ ਕਰੋ, ਪਹਿਲਾਂ ਕੋਈ ਗੁਰੂ ਕੀ ਤੇ ਆਪਣੀ ਸਾਖੀ ਸੁਣਾਓ, ਫਿਰ ਮੈਂ ਦੂਜੀ ਅਰਜ਼ ਕਰਾਂਗਾ। ਤਾਂ ਬਾਬਾ ਜੀ ਕਿਹਾ, ਇੱਕ ਸਮੇਂ ਘੋੜਿਆਂ ਦੇ ਦੌਰੇ ਨਾਲ ਮੈਂ ਵੀ ਸਤਿਗੁਰੂ ਜੀ ਦੇ ਸਾਥ ਕਕੜਾ ਜ਼ਿਲ੍ਹਾ ਅੰਮ੍ਰਿਤਸਰ ਕੋਲੋਂ ਜਾ ਰਿਹਾ ਸਾਂ। ਸਤਿਗੁਰੂ ਜੀ ਕਕੜਾ ਤੋਂ ਬਾਹਰ ਦੂਰ ਜਾ ਮੈਨੂੰ ਕਿਹਾ, ਉਸ ਸੰਤਾਂ ਦੇ ਡੇਰਿਓਂ ਇੱਕ ਬੂਟੀ ਇਸ ਤਰ੍ਹਾਂ ਦੀ ਹੈ, ਜਾ ਲੈ ਕੇ ਆ। ਇੱਕ ਸਿੱਖ ਦੀ ਦਵਾਈ ਬਣਾਉਣੀ ਸੀ। ਹੋਰ ਕੋਈ ਸਿੱਖ ਕਿਹਾ, ਜੀ ਮੈਂ ਜਾਂਦਾ ਹਾਂ। ਤਾਂ ਸਤਿਗੁਰਾਂ ਕਿਹਾ, ਨਹੀਂ ਕਾਕਾ ਹੀ ਜਾਵੇ। ਮੈਂ ਜਾ ਸੰਤਾਂ ਦੇ ਡੇਰਿਓਂ ਬੂਟੀ ਭਾਲ ਲੈ। ਮੈਂ ਜਾ ਸੰਤਾਂ ਦੇ ਡੇਰਿਓਂ ਬੂਟੀ ਭਾਲ ਲੈ ਟੁਰਿਆ ਤਾਂ ਬਿਰਧ ਸਾਧੂ ਉਸ ਡੇਰੇ ਦੀ ਕੁਟੀਆਂ ਵਿੱਚੋਂ ਨਿਕਲ ਮੇਰੇ ਪੈਰਾਂ 'ਤੇ ਸਿਰ ਧਰ ਲੇਟਣ ਲੱਗ ਪਿਆ। ਮੈਂ ਸੰਤਾਂ ਅੱਗੇ ਅਰਜ਼ ਕੀਤੀ, ਮੈਂ ਤੇ ਤੁਹਾਡੇ ਬੱਚਿਆਂ ਤੋਂ ਵੀ ਛੋਟਾ ਹਾਂ। ਤਾਂ ਉਸ ਸੰਤ ਜੀ ਨੇ ਖੜੇ ਹੋ ਕੇ ਕਿਹਾ, ਮੈਂ ਜੋ ਧਾਰੀ ਸੀ ਮਨ ਵਿੱਚ ਕਿ ਜੇ ਗੁਰੂ ਕਾ ਸਾਹਿਬਜ਼ਾਦਾ ਵੀ ਕਲਾ ਵਾਲਾ ਹੈ ਤਾਂ ਇੱਥੇ ਆ ਕੇ ਮੈਨੂੰ ਬਿਰਧ ਨੂੰ ਦਰਸ਼ਨ ਦੇਵੇ, ਸੋ ਮੇਰੀ ਆਸ ਪੂਰੀ ਹੋ ਗਈ ਹੈ। ਆਪ ਬੜੀ ਹੀ ਕਲਾ ਵਾਲੇ ਹੋ। ਮੈਂ ਹੱਥ ਜੋੜ ਅਰਜ਼ ਕੀਤੀ, ਇਹ ਸਭ ਕਲਾ ਤਾਂ ਉਹਨਾਂ ਅੰਤਰਜਾਮੀ ਸਾਧੂ ਪ੍ਰਤਾਪ ਸਿੰਘ ਹੋਰਾਂ ਦੀ ਏ, ਜਿਨ੍ਹਾਂ ਉਚੇਚਾ ਮੈਨੂੰ ਘੱਲਿਆ ਹੈ ਬੂਟੀ ਲੈਣ। ਬਾਬਾ ਜੀ ਬਚਨ ਕੀਤਾ, ਸਿੱਖ ਮਾਸੂਮ ਬਾਲਕ ਵਾਂਗੂ ਹੈ। ਸਤਿਗੁਰੂ ਜੀ ਬਾਪ ਵਾਂਗੂ ਉਂਗਲੀ ਲਾ ਲਈ ਜਾਂਦੇ ਹਨ, ਪਰ ਜਿੱਥੋਂ ਉਂਗਲੀ ਉਸ ਦੇ ਹੱਥ ਵਿੱਚੋਂ ਖਿੱਚ ਲੈਣ ਉਹ ਡਿੱਗ ਪੈਂਦਾ ਹੈ। ਤਿਵੇਂ ਹੀ ਸਿੱਖ ਹੈ। ਮੈਨੂੰ ਉਸ ਸਮੇਂ ਦੀ ਉਹ ਉਂਗਲੀ ਅੱਜ ਵੀ ਉਸੇ ਤਰ੍ਹਾਂ ਪਈ ਦਿਸਦੀ ਹੈ। ਇਹਨਾਂ ਦੀ ਕੂਲੀ ਜਿਹੀ ਉਂਗਲੀ। ਉਹ ਡੇਰੇ ਦੇ ਸੰਤ ਮੰਗਲ ਸਿੰਘ ਜੀ ਬਿਰਧ ਬੜੇ ਹੀ ਮਹਾਤਮਾ ਸੀ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।